ਪੰਜਾਬ ਦੇ ਪਟਵਾਰੀਆਂ ਵੱਲੋਂ 1 ਸਤੰਬਰ ਤੋਂ ਕਲਮਸੋੜੂ ਹੜਤਾਲ ਨੂੰ ਲੈ ਕੇ ਸੀਐਮ ਦੇ ਦਿੱਤੇ ਬਿਆਨ ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਪਟਵਾਰੀਆਂ ਦੇ ਔਰ ਸਰਕਾਰ ਦੇ ਵਿਚਾਲੇ ਜਿਹੜਾ ਤਣਾਅ ਹੈ ਕਾਫੀ ਚੱਲ ਰਿਹਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ 23 ਅਗਸਤ ਨੂੰ ਜਿਹੜੀ ਐਫਆਰਆਈ ਲਾਂਚ ਹੁੰਦੀ ਆ, ਜੋ ਕਿ ਥਾਣਾ ਜਿਹੜਾ ਡਿਵੀਜ਼ਨ ਹੈ ਜਿਹੜੀ ਪਟਿਆਲੇ ਦੇ ਅਧੀਨ ਜਿਹੜੇ ਵਿਜੀਲੈਂਸ ਵਿਭਾਗ ਵੱਲੋਂ ਉਸ ਦੇ ਅਧੀਨ ਇੱਕ ਤਹਿਸੀਲਦਾਰ ਤੇ ਇੱਕ ਪਟਵਾਰੀ ਨੂੰ ਜਿਹੜਾ ਅਰੈਸਟ ਕੀਤਾ ਜਾਂਦਾ। ਉਸ ਤੋਂ ਬਾਅਦ ਕਾਫੀ ਜਿਹੜੀ ਪਟਵਾਰੀ ਯੂਨੀਅਨ ਤੇ ਸਰਕਾਰ ਦੇ ਵਿਚਾਲੇ ਇੱਕ ਜਿਹੜੀ ਕਹਿ ਸਕਦੇ ਆ ਕਿ ਬਹਿਸ ਚੱਲ ਰਹੀ ਹੈ। ਤੇ ਇੱਕ ਸੀਐਮ ਦਾ ਬਿਆਨ ਆਉਂਦਾ ਹੈ ਕਿ ਜੇਕਰ ਕਲਮਸੋੜ ਜਿਹੜਾ ਬਿਆਨ ਹੈ, ਜਿਹੜਾ ਕਲਮਸੋੜ ਦਾ ਬਿਆਨ ਦਿੱਤਾ ਹੈ ਕਿ 1 ਸਤੰਬਰ ਤੋਂ ਹੋਊਗੀ ਹੜਤਾਲ ਹੋਊਗੀ, ਤਾਂ ਜਿਹੜੀਆਂ ਛੱਡੋਗੇ ਤੁਸੀਂ ਆਪਦੀ ਮਰਜ਼ੀ ਦੀ ਨਾਲ ਕਲਮਾਂ ਤੇ ਪਰ ਫੜਾਉਣੀ ਕਿਸ ਨੂੰ ਹੈ ਉਹ ਸਰਕਾਰ ਦੇਖੂਗੀ। ਉਸ ਤੋਂ ਬਾਅਦ ਤੇ ਅੱਜ ਇੱਕ ਮੀਟਿੰਗ ਰੱਖੀ ਗਈ ਸੀ ਪਟਵਾਰ ਯੂਨੀਅਨ ਦੇ ਨਾਲ। ਸਾਡੇ ਨਾਲ ਜਿਹੜੇ ਹਰਵੀਰ ਸਿੰਘ ਢੀਂਡਸਾ ਨੇ, ਜੋ ਸੂਬਾ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨਾਲ ਗੱਲ ਕਰਦੇ ਆ। ਹਰਵੀਰ ਸਿੰਘ ਜੀ, ਕਾਫੀ ਖਿੱਚੋਤਾਣੀ ਹੈ ਜਿਹੜੀ ਚੱਲ ਰਹੀ ਹੈ ਸਰਕਾਰ ਦੇ ਨਾਲ। ਕੱਲ੍ਹ ਇੱਕ ਵੱਡਾ ਬਿਆਨ ਵੀ ਆਉਂਦਾ ਹੈ ਕਿ ਕਲਮ ਛੋੜੋਗੇ ਆਪਦੀ ਮਰਜ਼ੀ ਦੇ ਨਾਲ ਤੇ ਫੜਾਉਣੀ ਕਿਹਨੂੰ ਆ ਉਹ ਸਾਡੀ ਮਰਜ਼ੀ ਹੋਊਗੀ। ਕੀ ਕਹੋਗੇ? ਗੁਰਦਰਸ਼ਨ ਜੀ, ਸਭ ਤੋਂ ਪਹਿਲਾਂ ਥੋੜ੍ਹਾ ਧੰਨਵਾਦ, ਤੁਸੀਂ ਮੁੱਦਾ ਚੱਕਿਆ। ਆਪਾਂ ਸੰਗਰੂਰ ਦੀ ਉਸ ਧਰਤੀ ਤੋਂ ਆ ਜਿਹੜੀ ਧਰਤੀ ਬਦਲਾਅ ਵਾਲੀ ਧਰਤੀ ਮੰਨੀ ਜਾਂਦੀ ਆ, ਜਿਹਦੇ 'ਚ ਵੱਡੀਆਂ ਵੱਡੀਆਂ ਲਹਿਰਾਂ ਉੱਠੀਆਂ ਨੇ। ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ 2014 ਤੋਂ ਸੰਗਰੂਰ ਦੇ ਲੋਕਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਆਪਦੀ ਜ਼ਿੰਮੇਵਾਰੀ ਸੌਂਪੀ ਹੋਈ ਆ। 2 ਵਾਰ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਔਰ ਧੂਰੀ ਤੋਂ ਐਮਐਲਏ ਚੁਣ ਕੇ ਹੁਣ ਉਹਨਾਂ ਨੂੰ ਹਰਾ ਪੈਨ ਆਪਾਂ ਨੇ ਫੜਾ ਦਿੱਤਾ। ਔਰ ਜੋ ਸਾਡਾ ਇਹ ਮਸਲਾ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਬਿਆਨਾਂ ਤੋਂ ਸ਼ੁਰੂ ਹੁੰਦਾ। ਉਹਨਾਂ ਨੇ 16 ਜੁਲਾਈ 2022 ਨੂੰ 1090 ਪਟਵਾਰੀਆਂ ਨੂੰ ਜੁਆਇਨਿੰਗ ਲੈਟਰ ਦੇਣ ਸਮੇਂ ਉੱਥੇ ਸਟੇਜ ਤੋਂ ਐਲਾਨ ਕੀਤਾ, ਸਰਕਾਰੀ ਸਟੇਜ ਆ ਉਹ, ਜਿੱਥੋਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ। ਸਾਡਾ ਸਾਰਾ ਡਿਪਾਰਟਮੈਂਟ ਉੱਥੇ ਹਾਜ਼ਰ ਸੀ ਕਿ ਲਓ ਵੀ ਪਟਵਾਰੀਓ, ਤੁਸੀਂ ਅੱਜ ਤੋਂ ਪੱਕੇ ਪਟਵਾਰੀ, ਤੁਹਾਡੀ ਟ੍ਰੇਨਿੰਗ 1.5 ਸਾਲ ਤੋਂ ਘਟਾ ਕੇ 1 ਸਾਲ ਦੀ, ਤੁਹਾਨੂੰ ਟ੍ਰੇਨਿੰਗ ਦੇ ਵਿੱਚ ਪੂਰੀ ਤਨਖਾਹ। ਪਰੰਤੂ 13 ਮਹੀਨੇ ਬੀਤਣ ਦੇ ਬਾਵਜੂਦ ਉਹ ਸਾਡਾ ਜਿਹੜਾ ਵਾਅਦਾ ਵਫਾ ਨਹੀਂ ਹੋਇਆ। ਔਰ ਉਹਨਾਂ ਨੇ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਵਿੱਚ ਕੱਢ ਕੇ ਇਹ ਕਿਹਾ ਸੀ ਕਿ ਲਓ ਜੀ, ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ, ਜਦੋਂ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਵੋਟਾਂ ਲੈਣੀਆਂ ਸੀਗੀਆਂ। ਹੁਣ ਹੋਇਆ ਕਿ ਅਸੀਂ 5 ਅਗਸਤ ਨੂੰ ਇੱਕ ਮੀਟਿੰਗ ਕਰਕੇ ਨਿਮਰਤਾ ਸਹਿਤ ਮੁੱਖ ਮੰਤਰੀ ਸਾਹਿਬ ਨੂੰ ਅਪੀਲਾਂ ਦਾ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ। ਕਈ ਵਾਰ ਸਾਡਾ ਪੇਚਾ ਵੀ ਪੈ ਚੁੱਕਿਆ ਇਸ ਮਸਲੇ ਦੇ ਵਿੱਚ। ਸਰਕਾਰ ਨੂੰ ਇਹ ਪਹਿਲੇ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਜਿਨ੍ਹਾਂ ਨੂੰ ਅਸੀਂ ਮਾਰਚ 2023 ਦੇ ਵਿੱਚ 22 ਦੇ ਵਿੱਚ ਜਦੋਂ ਸੱਤਾ 'ਚ ਆਉਂਦੇ ਨੇ, ਅਸੀਂ ਇੱਕ ਲੰਬੀ ਦੇ ਮਸਲੇ ਦੇ ਵਿੱਚ ਇਹਨਾਂ ਨੂੰ ਮਿਲਣ ਜਾਂਦੇ ਹਾਂ। ਪਹਿਲਾਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੁੰਦੀ ਆ, ਉਦੋਂ ਬਾਅਦ ਸਾਡੀ ਪਟਵਾਰੀ ਕਾਨੂੰਗੋ ਦੇ ਤਹਿਸੀਲਦਾਰਾਂ ਦੀ ਮੀਟਿੰਗ ਹੁੰਦੀ ਆ। ਅਸੀਂ ਉੱਥੇ ਬਿਲਕੁਲ ਕਲੀਅਰ ਕਰਕੇ ਆਉਣੇ ਆ ਵੀ 70 ਸਾਲ ਤੋਂ ਜੀ ਕਿਸੇ ਨੇ ਪਟਵਾਰ ਮਹਿਕਮੇ ਦੀ, ਮਾਲ ਮਹਿਕਮੇ ਦੀ ਬਾਂਹ ਨਹੀਂ ਫੜੀ। ਸਾਡੇ ਕੋਲ ਦਫ਼ਤਰ ਨਹੀਂ ਹੈਗੇ। ਪੰਜਾਬ ਦੇ ਵਿੱਚ 3000 ਬੰਦਾ ਪ੍ਰਾਈਵੇਟ ਤੁਰਿਆ ਫਿਰਦਾ। ਜੇ ਤੁਸੀਂ ਆਹੀ ਕੁਛ ਕਰਨਾ ਤਾਂ ਮੈਂ ਅੱਜ ਹੀ ਸਾਰੇ ਪੰਜਾਬ ਦੇ ਪਟਵਾਰੀ ਤੁਹਾਡੇ ਪੇਸ਼ ਕਰ ਦਿੰਦਾ, ਕਿਉਂਕਿ 3000 ਬੰਦਾ ਪ੍ਰਾਈਵੇਟ ਤੁਰਿਆ ਫਿਰਦਾ। ਸਾਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਦਫ਼ਤਰਾਂ ਦੇ ਵਿੱਚ, ਕਿਉਂਕਿ ਭਰਤੀਆਂ ਹੋਈਆਂ ਨਹੀਂ। 12 ਜ਼ਿਲ੍ਹੇ ਸੀ ਉਦੋਂ ਵੀ 4716 ਪੋਸਟਾਂ ਪਟਵਾਰੀ ਦੀਆਂ, ਅੱਜ ਜ਼ਿਲ੍ਹੇ 23 ਬਣ ਗਏ ਔਰ ਵੱਡੀਆਂ ਵੱਡੀਆਂ ਸ਼ਹਿਰ ਬਣ ਗਏ। ਇੰਨੀ ਮਤਲਬ ਇੰਡਸਟਰੀ ਆ ਗਈ। ਅੱਜ ਸਾਡੇ ਕੋਲ ਸਿਰਫ 1500 ਪਟਵਾਰੀ ਕੰਮ ਕਰ ਰਿਹਾ। ਸਾਡੇ ਕੋਲ 3000 ਪੋਸਟ ਅੱਜ ਪਟਵਾਰੀ ਦੀ ਖਾਲੀ ਆ। ਦਿਦਾਰ ਸਿੰਘ ਜੀ, ਸੌਰੀ, ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਦਫ਼ਤਰਾਂ ਦੇ ਵਿੱਚ ਜਿਹੜਾ 3000 ਪ੍ਰਾਈਵੇਟ ਬੰਦਾ ਤੁਰਿਆ ਫਿਰਦਾ, ਕੌਣ ਬੰਦਾ ਉਹ, ਕੀ ਕੰਮ ਕਰਦਾ? ਦੇਖੋ ਜੀ, ਗਰਾਊਂਡ ਵਾਲੀ ਸਰਕਾਰ ਆ। ਜਿਹੜੇ ਪਿਛਲੇ ਸਮੇਂ ਦੇ ਵਿੱਚ ਐਮਸੀ ਸਾਹਿਬਾਨ ਸੀ ਉਹ ਐਮਐਲਏ ਬਣ ਕੇ ਮੰਤਰੀ ਨੇ, ਉਹਨਾਂ ਨੂੰ ਖੁਦ ਪਤਾ ਜੀ। ਹੁਸ਼ਿਆਰਪੁਰ ਦੇ ਸਾਡੇ ਜਿਹੜੇ ਰੈਵਨਿਊ ਮਿਨਿਸਟਰ ਨੇ ਬ੍ਰਹਮ ਸ਼ੰਕਰ ਜਿੰਪਾ ਜੀ, ਉਹਨਾਂ ਦੀ ਪਹਿਲੀ ਮੀਟਿੰਗ ਦੇ ਵਿੱਚ ਵਰਡਿੰਗ ਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿਹੜਾ ਪਟਵਾਰੀ ਕੰਮ ਕਰ ਰਿਹਾ ਉਹ ਬਹੁਤ ਘੱਟ ਆ। ਉੱਥੇ ਘੱਟੋ ਘੱਟ 5 ਪਟਵਾਰੀ ਚਾਹੀਦੇ ਨੇ। ਉਹਦੇ ਕੋਲ ਇੰਨੇ ਸਰਟੀਫਿਕੇਟ ਆਉਂਦੇ ਨੇ, ਸਾਰਾ ਕੁਝ। ਮੈਂ ਕਹਿੰਦਾ ਵੀ ਬਦਲਾਅ ਲਿਆਂਦਾ, ਮੁਲਾਜ਼ਮਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਇਸ ਬਦਲਾਅ ਨੂੰ, ਪਰ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਗਈ। ਹੁਣ ਤੁਸੀਂ ਦੇਖੋ ਵੀ 3 ਲੱਖ ਬੱਚੇ 'ਚੋਂ ਕੰਪੀਟੀਸ਼ਨ ਲੜ ਕੇ ਬੱਚੇ ਸਿਲੈਕਟ ਹੋਏ ਨੇ ਪਟਵਾਰੀ, ਔਰ ਉਹਨਾਂ ਨੂੰ ਉਜਰਤ ਕਿੰਨੀ ਦਿੱਤੀ ਜਾ ਰਹੀ ਆ? 167 ਰੁਪਏ ਦਿਹਾੜੀ। ਤੁਸੀਂ ਹੈਰਾਨ ਹੋ ਜਾਓਗੇ ਕਿ 1.5 ਸਾਲ 5000 ਰੁਪਇਆ ਸਟਾਈਫਨ। ਇਹ ਕਿੱਥੋਂ ਦਾ ਇਨਸਾਫ ਹੈ ਜੀ? ਸੀਐਮ ਸਾਹਿਬ ਨੇ ਬਿਆਨ ਦਿੱਤਾ, ਕਈ ਬੱਚਿਆਂ ਨੇ, ਕਿਸੇ ਨੇ ਬਾਹਰ ਜਾਣਾ ਸੀ, ਕਿਸੇ ਨੇ ਹੋਰ ਕੋਈ ਲੈਣ ਟਰਾਈ ਕਰਨੀ ਸੀ, ਉਹ ਸੀਐਮ ਸਾਹਿਬ ਦੇ ਬਿਆਨ ਨੂੰ ਇਲਾਹੀ ਬਿਆਨ ਮੰਨ ਕੇ ਉਹਨਾਂ ਨੇ ਪਟਵਾਰੀ ਜੁਆਇਨ ਕਰ ਲਿਆ। ਅੱਜ ਹੁਣ 13 ਮਹੀਨੇ ਹੋ ਗਏ ਜੀ ਉਹਨਾਂ ਨੂੰ 167 ਰੁਪਏ ਦਿਹਾੜੀ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ। ਸਾਡੀ ਇੱਕ ਪਟਵਾਰੀ ਕੁੜੀ ਸੀ ਨਮੋਲ ਪਿੰਡ ਤੋਂ, ਹੈਂਡੀਕੈਪਟ ਸੀ, ਉਹਦੀ ਨਵਾਂ ਸ਼ਹਿਰ ਪੋਸਟਿੰਗ ਸੀ, ਉਹਦੀ ਇਸ ਸਟ੍ਰੈਸ ਦੇ ਵਿੱਚ ਡੈਥ ਹੋ ਗਈ ਉਹਦੀ। ਉਹ ਵੀ ਅਸੀਂ 23 ਅਗਸਤ ਨੂੰ ਮਾਨਯੋਗ ਮਾਲ ਮੰਤਰੀ ਸਾਹਿਬ ਨਾਲ ਮੀਟਿੰਗ ਸੀ, ਉਹ 'ਚ ਅਸੀਂ ਧਿਆਨ 'ਚ ਲਿਆਂਦਾ ਕਿ ਸਾਡੇ ਨਾਲ 167 ਰੁਪਏ ਦਿਹਾੜੀ ਦਓਗੇ ਤਾਂ ਪੰਜਾਬ ਰੰਗਲਾ ਕਿਵੇਂ ਬਣ ਜੂਗਾ ਜੀ। ਐਮਐਸਸੀ ਬੀਐਸਸੀ ਬੱਚੇ, ਉਹਨਾਂ ਨੂੰ ਉਜਰਤ ਕਿੰਨੀ ਮਿਲ ਰਹੀ ਹੈ? 167 ਰੁਪਏ ਦਿਹਾੜੀ। ਨਰੇਗਾ ਮਜ਼ਦੂਰ ਤੋਂ ਵੀ ਘੱਟ ਜੀ। ਜਿਹੜਾ ਇਹ ਮਸਲਾ ਹੁਣ ਜਿੱਥੇ ਸੀਐਮ ਸਾਹਿਬ ਨੇ ਸਾਡੇ ਤੇ ਟਾਊਂਟਸ ਖਸਿਆ ਕਿ ਰਿਸ਼ਵਤਖੋਰੀ ਦੀ ਗੱਲ ਦੇ ਵਿੱਚ ਆਪਣੇ ਸਾਥੀ ਨੂੰ ਬਚਾਉਣ ਵਾਸਤੇ ਪਟਵਾਰ ਜਮਾਤ ਸੰਘਰਸ਼ ਕਰ ਰਹੀ ਆ, ਮੈਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਦਾ
ਕਿ ਵਿਜੀਲੈਂਸ ਵਿਭਾਗ ਤੁਹਾਡਾ ਆਪਦਾ ਤੁਸੀਂ ਇੱਕ ਪੋਰਟਲ ਵੀ ਲਾਂਚ ਕੀਤਾ ਹੋਇਆ। ਤੁਸੀਂ ਆਪ ਕਹਿੰਦੇ ਹੋ ਕਿ ਮੈਂ ਸਾਰੀ ਮੋਨੀਟਰ ਕਰੂੰਗਾ, ਜਿੱਥੇ ਵਿਜੀਲੈਂਸ ਧੱਕਾ ਕਰੂਗੀ ਮੈਂ ਉਹ ਵੀ ਗੱਲ ਸੁਣੂੰਗਾ, ਜਿੱਥੇ ਮੁਲਾਜ਼ਮ ਧੱਕਾ ਕਰੂਗਾ ਉੱਥੇ ਬਿਲਕੁਲ ਅਸੀਂ ਕਹਿੰਦੇ ਮੁਲਾਜ਼ਮ ਨੇ ਧੱਕਾ ਕੀਤਾ ਪਰਚਾ ਦਰਜ ਕਰੋ, ਬਿਲਕੁਲ ਕਰੋ। ਇਸ ਕੇਸ ਦੇ ਵਿੱਚ 2 ਵਾਰ ਡਿਪਾਰਟਮੈਂਟਲ ਇਨਕੁਆਇਰੀ ਹੋਈ ਹੈ ਜੀ, ਇੱਕ ਵਾਰ ਐਸਡੀ ਮੂਨਕ ਵੱਲੋਂ, ਇੱਕ ਵਾਰ ਮਾਨਯੋਗ ਰਾਮਵੀਰ ਆਈਐਸ ਸਾਹਿਬ ਜਿਹੜੇ ਡੀਸੀ ਸੀਗੇ ਸੰਗਰੂਰ ਦੇ ਉਹਨਾਂ ਵੱਲੋਂ, ਔਰ ਵਿਜੀਲੈਂਸ ਬਿਊਰੋ ਨੇ 2018 ਦੇ ਮਾਮਲੇ ਦੇ ਵਿੱਚ ਪਰਚਾ ਦਰਜ ਕਰਤਾ। 2018 ਦੀ ਰੂਲ ਦੇ ਵਿੱਚ ਅਮੈਂਡਮੈਂਟ ਹੋਈ ਹੈ ਜੁਲਾਈ ਦੀ, ਵੀ ਕਿਸੇ ਸਰਕਾਰੀ ਮੁਲਾਜ਼ਮ ਦੇ ਖਿਲਾਫ ਤੁਸੀਂ ਪਰਚਾ ਦਰਜ ਕਰਨਾ ਤਾਂ 17A ਦੇ ਤਹਿਤ ਉਹਦੇ ਸਮਰੱਥ ਅਧਿਕਾਰੀ ਤੋਂ ਤੁਸੀਂ ਪ੍ਰਵਾਨਗੀ ਲੈਣੀ ਆ, ਜਿੱਥੇ ਸਿੱਧੀ ਰਿਸ਼ਵਤ ਦਾ ਮਾਮਲਾ ਜਾਂ ਦੇਣ ਲੈਣ ਦਾ ਮਾਮਲਾ ਨਹੀਂ ਹੈਗਾ। 29 ਨੰਬਰ FIR ਮੈਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਥਾਣਾ ਵਿਜੀਲੈਂਸ ਬਿਊਰੋ ਵੱਲੋਂ 23 ਅਗਸਤ ਨੂੰ ਦਰਜ ਕੀਤੀ ਆ ਬਲਕਾਰ ਸਿੰਘ ਪਟਵਾਰੀ, ਦਰਸ਼ਨ ਸਿੰਘ ਨਾਇਬ ਤਹਿਸੀਲਦਾਰ, ਵਿਪਨ ਭੰਡਾਰੀ SDM ਦੇ ਖਿਲਾਫ। ਉਹ ਪੜ੍ਹ ਲਓ ਜੀ, ਜੇ ਉਹਦੇ ਵਿੱਚ ਕਿਤੇ ਵੀ ਕੋਈ ਰਿਸ਼ਵਤ ਦਾ ਕੰਟੈਂਟ ਹੈਗਾ ਤਾਂ ਸਾਨੂੰ ਜੋ ਮਰਜ਼ੀ ਸਜ਼ਾ ਦੇ ਦਿਓ। ਦਰਸ਼ਕ ਜੀ, ਜਿਵੇਂ ਸੌਰੀ ਆਪਣਾ ਹਰਵੀਰ ਸਿੰਘ ਜੀ, ਜੇ ਗੱਲ ਕੀਤੀ ਜਾਵੇ ਕਿਉਂਕਿ ਮਸਲਾ ਜਿਹੜਾ ਬੜਾ ਨਾਜ਼ੁਕ ਬਣਿਆ ਹੋਇਆ ਹੈ, ਜਿਹੜਾ ਬਿਆਨ ਤੋਂ ਬਾਅਦ ਕਾਫੀ ਮਤਲਬ ਕਿ ਜਿਹੜਾ ਤੂਲ ਫੜਿਆ ਇਸ ਮਸਲੇ ਨੇ, ਤੇ ਅੱਜ ਜਿਵੇਂ ਤੁਹਾਡੀ ਇੱਕ ਸਾਨੂੰ ਪਤਾ ਲੱਗਿਆ ਕਿ ਤੁਹਾਡੀ ਮੀਟਿੰਗ ਹੋਣੀ ਸੀ ਮੁੱਖ ਮੰਤਰੀ ਨਾਲ, ਉਹ ਮੀਟਿੰਗ ਅੱਜ ਕਰਨ ਜਾ ਰਹੇ ਹੋ, ਕੀ ਜਿਹੜਾ ਉਹਦੇ ਵਿੱਚ ਹੋਣ ਵਾਲਾ ਹੈ? ਦੇਖੋ ਜੀ, 19 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਅਸੀਂ ਇੱਕ ਰੋਸ ਪ੍ਰਦਰਸ਼ਨ ਕੀਤਾ। ਮੈਂ ਤੁਹਾਨੂੰ ਇੱਕ ਇਹ ਵੀ ਗੱਲ ਕਲੀਅਰ ਕਰ ਦੇਵਾਂ ਕਿ ਸਾਡੇ ਤੇ ਬਾਰ-ਬਾਰ ਥੋਪਿਆ ਜਾਂਦਾ ਕਿ ਕੁਦਰਤੀ ਆਫਤਾਂ 'ਚ ਪੰਜਾਬ ਫਸਿਆ ਹੋਇਆ। ਕੁਦਰਤੀ ਆਫਤਾਂ ਦੀ ਡਿਊਟੀ ਦਾ ਅਸੀਂ ਕੋਈ ਬਾਈਕਾਟ ਨਹੀਂ ਕੀਤਾ। ਅਸੀਂ 1 ਸਤੰਬਰ ਤੋਂ ਪੈਨ ਡਾਊਨ ਦੀ ਚੇਤਾਵਨੀ ਦਿੱਤੀ ਹੋਈ ਸੀ ਸਰਕਾਰ ਨੂੰ, ਔਰ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਅਸੀਂ ਕੁਦਰਤੀ ਆਫਤ ਨਾਲ ਸੰਬੰਧਿਤ ਸਾਰੇ ਕੰਮ, ਕਿਉਂਕਿ ਕਿਸਾਨ ਸਾਡੇ ਨੇ, ਖੇਤ ਸਾਡੇ ਨੇ, ਪੰਜਾਬ ਸਾਡਾ, ਅਸੀਂ ਉਹਦੇ ਵਾਸਤੇ ਵੱਧ ਚੜ੍ਹ ਕੇ ਪਹਿਲਾਂ ਹਿੱਸਾ ਪਾਇਆ। ਚਾਹੇ ਕਰੋਨਾ ਟਾਈਮ ਹੋਵੇ, ਕੋਈ ਵੀ ਟਾਈਮ ਹੋਵੇ, ਸਰਕਾਰੀ ਮੁਲਾਜ਼ਮ ਖੜ੍ਹਦਾ ਜਿੱਥੇ ਕੋਈ ਇਹੋ ਜਿਹੀ ਆਫਤ ਪੈਂਦੀ ਆ। ਪਰ ਮੁੱਖ ਮੰਤਰੀ ਸਾਹਿਬ ਨਾਲ ਸਾਨੂੰ 19 ਅਗਸਤ ਨੂੰ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ, SDM ਸਾਹਿਬ ਸਾਡੇ ਧੂਰੀ ਵਾਲੇ ਸਾਨੂੰ ਆ ਕੇ ਮੰਗ ਪੱਤਰ ਸਾਡਾ ਲੈ ਕੇ ਗਏ, ਔਰ ਸਾਨੂੰ ਸਮਾਂ ਦਿੱਤਾ ਉਹਨਾਂ ਨੇ ਵੀ ਤੁਹਾਨੂੰ 30 ਤਰੀਕ ਨੂੰ ਪ੍ਰਿੰਸੀਪਲ ਸੈਕਟਰੀ ਟੂ CM ਨਾਲ ਮੀਟਿੰਗ ਹੋਊਗੀ, ਔਰ 23 ਅਗਸਤ ਨੂੰ ਤੁਹਾਡੀ ਮਾਲ ਮੰਤਰੀ ਨਾਲ ਮੀਟਿੰਗ ਹੋਊਗੀ। ਸਾਡੀ ਮਾਲ ਮੰਤਰੀ ਸਾਹਿਬ ਨਾਲ ਮੀਟਿੰਗ ਬੜੇ ਸੌਖਾਵੇਂ ਮਾਹੌਲ 'ਚ ਹੋਈ, ਪਰ ਸ਼ਾਮ ਨੂੰ FIR ਹੋ ਗਈ ਜੀ। ਉਸ ਤੋਂ ਬਾਅਦ ਸਾਡੀ 30 ਤਰੀਕ ਦੀ ਮੀਟਿੰਗ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ 31 ਦੀ ਕਰਤੀ। ਮੈਨੂੰ ਲੈਟਰ ਆ ਗਿਆ 29 ਤਰੀਕ ਨੂੰ ਵੀ ਮੀਟਿੰਗ ਥੋੜੀ 31 ਦੀ ਹੈ ਜੀ। ਅਸੀਂ 31 ਤਰੀਕ ਦੀ ਮੀਟਿੰਗ ਦੀ ਤਿਆਰੀ ਕਰ ਰਹੇ ਹਾਂ, ਔਰ ਉਦੋਂ ਬਾਅਦ CM ਸਾਹਿਬ ਨੇ ਜਾ ਕੇ ਟਵੀਟ ਕਰਤਾ। ਮੈਂ ਹੁਣ ਉਹਨਾਂ ਨੂੰ ਇਹੀ ਪੁੱਛਣਾ ਚਾਹਣਾ ਵੀ ਸਰ, ਤੁਸੀਂ ਸਾਡੇ ਪੰਜਾਬ ਦੇ ਮੁਖੀ ਹੋ, ਅਸੀਂ ਤੁਹਾਡੇ ਅੰਗ ਪੈਰਾਂ, ਸਾਡੇ ਮਸਲੇ ਨੂੰ ਸੁਣ ਤਾਂ ਲਓ ਨਾ। ਸਾਡਾ ਮਸਲਾ ਗਲਤ ਹੋਊਗਾ, ਮੈਂ ਕਹਿੰਦਾ ਬਿਲਕੁਲ ਉਹ ਸਾਰਾ ਕੁਝ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚੱਲਦਾ। ਮੈਂ ਕਹਿੰਦਾ ਲਾਈਵ ਡਿਬੇਟ ਰੱਖ ਲੈਣ ਜੀ, ਸਾਨੂੰ ਅੱਜ ਵੀ ਸੱਦਾ ਪੱਤਰਾ। ਪਰ ਜਦੋਂ ਸਾਨੂੰ ਕੱਲ੍ਹ ਧਮਕਾਇਆ ਗਿਆ CM ਸਾਹਿਬ ਵੱਲੋਂ ਵੀ ਪੈਨ ਡਾਊਨ ਨਹੀਂ ਕਰਨ ਦਊਂਗਾ, ਮੈਂ ਤੁਹਾਡੀਆਂ ਕਲਮਾਂ ਖੋਲੂੰ, ਉਦੋਂ ਬਾਅਦ ਸਾਡੀ ਦੇਰ ਰਾਤ ਸਾਡੀ ਉਹ ਮੀਟਿੰਗ ਸੀਗੀ ਜਿਹੜੀ ਅੱਜ ਹੋਣੀ ਸੀ CM ਰੈਜ਼ੀਡੈਂਸ ਦੇ ਉੱਪਰ, ਉਹ ਰੱਦ ਕਰ ਦਿੱਤੀ ਗਈ। ਪਰੰਤੂ ਸਾਡੀ ਅੱਜ ਆਪਦੀ ਸਟੇਟ ਦੀ ਮੀਟਿੰਗ ਬਿਲਕੁਲ ਰੱਖੀ ਹੋਈ ਆ। ਜੋ ਸਾਡੀ ਕਾਲ ਆ ਅਸੀਂ ਉਹਦੇ 'ਤੇ ਬਿਲਕੁਲ ਖੜ੍ਹੇ ਹਾਂ, ਕਿਉਂਕਿ ਸਾਡੀ ਕੋਈ ਵੀ ਕਾਲ ਗੈਰ ਸੰਵਿਧਾਨਕ ਨਹੀਂ। ਸਾਨੂੰ ਦੇਸ਼ ਦਾ ਸੰਵਿਧਾਨ ਆ ਜਿਹੜਾ, ਸਾਨੂੰ ਜੋ ਮਾਨਯੋਗ, ਸਾਨੂੰ ਅਦਾਲਤਾਂ ਦੇ ਉੱਪਰ ਵੀ ਭਰੋਸਾ ਕਿ ਸਿਰਫ ਇੱਕ ਇਹ ਆਵਾਜ਼ ਦੱਬਣ ਦੀ ਗੱਲ ਆ। ਕਿਉਂਕਿ ਜੋ ਅੱਜ ਹਾਲਾਤ ਬਣੇ ਨੇ ਪੰਜਾਬ ਦੇ, ਸਾਡੇ ਸਿਸਟਮ ਦਾ ਫੇਲੀਅਰ ਹੋ ਗਿਆ ਜੀ। 2 ਵਾਰ ਹੜ੍ਹ ਆ ਗਏ, ਔਰ 30 ਸਤੰਬਰ ਤੱਕ ਹਿਮਾਚਲ ਦੇ ਵਿੱਚ ਯੈਲੋ ਅਲਰਟ ਆ, ਔਰ ਮੈਨੂੰ ਖਤਰਾ ਇਸ ਗੱਲ ਦਾ ਕਿ ਤੀਜੀ ਵਾਰ ਹੜ੍ਹ ਆਉਣ ਦੀ ਤਿਆਰੀ ਆ। ਕੋਈ ਸਾਤੋਂ ਬੰਨ ਨਹੀਂ ਪੂਰਿਆ ਗਿਆ, ਕੋਈ ਸਾਤੋਂ ਘੱਗਰ ਦੀ ਸਫਾਈ ਨਹੀਂ ਹੋਈ। 2014 ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ, ਜਿਹੜੇ ਪਹਿਲਾਂ ਮੈਂਬਰ ਪਾਰਲੀਮੈਂਟ ਸੰਗਰੂਰ ਸੀਗੇ, ਉਹ ਦੱਸਣ ਕਿ 2014 ਤੋਂ ਲੈ ਕੇ ਜਦ ਤੱਕ ਉਹਨਾਂ ਨੇ MP-SIP ਛੱਡੀ ਆ, ਕਿੰਨੀ ਗ੍ਰਾਂਟ ਉਹਨਾਂ ਨੇ ਘੱਗਰ ਤੇ ਲਵਾਈ ਆ। ਉਹ ਉਹਨਾਂ ਦਾ ਬਿਆਨ ਸੀ ਕਿ ਇਸ ਵਾਰ ਘੱਗਰ ਬਿਲਕੁਲ ਬਿਨਾਂ ਮਾਰ ਕੀਤੇ ਲੰਘੂਗਾ। 42 ਥਾਂ ਤੋਂ ਘੱਗਰ ਟੁੱਟ ਗਿਆ ਜੀ, ਕਿਉਂਕਿ ਆਪਾਂ ਸੰਗਰੂਰ ਦੇ ਵਾਸੀ, ਆਪਾਂ ਨੂੰ ਸਭ ਨੂੰ ਪਤਾ। ਔਰ ਜੋ ਉੱਥੇ ਹਾਲਾਤ ਬਣ ਗਏ, ਉੱਥੇ ਤਾਂ ਸੌਣੀ ਦੀ ਫਸਲ ਦੀ ਗਦਾਵਰੀ ਕੀ, ਉੱਥੇ ਹਾੜੀ ਦੀ ਫਸਲ ਬੀਜਣ ਵਾਲੇ ਹਾਲਾਤ ਨਹੀਂ ਹੈਗੇ ਜੀ। ਆਪਾਂ ਗੱਲ ਕਰਦੇ ਹਾਂ ਕਿਉਂਕਿ ਮੁੱਦਾ ਜਿਹੜਾ ਅੱਜ ਤਾਜ਼ਾ ਭਖਿਆ ਹੋਇਆ ਹੈ, ਉਹ CM ਸਾਹਿਬ ਦਾ ਕਹਿਣਾ ਹੈ ਕਿ ਲੱਖ ਰੁਪਏ ਤੋਂ ਉੱਪਰ ਤਨਖਾਹ ਲੈਂਦੇ ਆ ਪਟਵਾਰੀ, ਪਰ ਕੰਮ ਨਹੀਂ ਕਰਦੇ। ਫਿਰ ਵੀ ਪੈਸਾ ਰਿਸ਼ਵਤ ਲੈਣ ਦੇ ਲਈ ਪਟਵਾਰੀਆਂ ਨੇ ਅੱਗੇ 10-10 ਹਜ਼ਾਰ ਰੁਪਏ ਤੇ ਬੰਦੇ ਰੱਖੇ ਹੋਏ ਨੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਪਟਵਾਰੀ ਨੇ, ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ, ਕਿਸੇ ਦੀ ਤਨਖਾਹ 1 ਲੱਖ ਰੁਪਈਆ ਨਹੀਂ ਹੈਗੀ। ਉਹ ਚਾਹੇ ਸਟੇਟਮੈਂਟਾਂ ਆਪਣੀਆਂ ਲੈ ਲੈਣ। ਜਿਹੜੀ ਮੂਹਰੇ ਬੰਦੇ ਰੱਖਣ ਦੀ ਗੱਲ ਆ, ਉਹ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਸਹੁੰ ਚੱਕਦੇ ਨੇ, ਸਾਡਾ ਇੱਕ ਲੰਬੀ ਪੇਚਾ ਪੈ ਜਾਂਦਾ ਮੁਆਵਜ਼ੇ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਬਿਆਨ ਦੇਤਾ ਜੀ ਵੀ ਬਿਨਾਂ ਗਦਾਵਰੀ ਤੋਂ ਤੁਹਾਨੂੰ ਪੈਸੇ ਪਾ ਦੇਵਾਂਗੇ। ਕਿਉਂਕਿ ਮੁੱਖ ਮੰਤਰੀ ਸਾਹਿਬ ਬਿਆਨ ਦੇਣ ਦੇ ਬੜੇ ਸ਼ੌਕੀਨ ਨੇ ਤੇ ਮੀਡੀਆ 'ਚ ਰਹਿਣ ਦਾ ਉਹਨਾਂ ਨੂੰ ਚਰਚਾ, ਕਿਉਂਕਿ ਪਿਛਲਾ ਉਹਨਾਂ ਦਾ ਬੈਕਗਰਾਊਂਡ ਹੀ ਇਹ ਆ। ਉਹਨਾਂ ਦੀ ਹਰੇਕ ਬੰਦੇ ਦੀ ਫਿਤਰਤ ਹੁੰਦੀ ਆ, ਕਿਉਂਕਿ ਜ਼ਿਆਦਾ ਗੱਲਾਂ ਉਹ ਮੀਡੀਆ 'ਤੇ ਕਰਦੇ ਨੇ। ਕੋਈ ਥੱਲੇ ਪਾਲਿਸੀ ਨਹੀਂ ਆਈ, ਕੁਛ ਨਹੀਂ ਆਇਆ, ਔਰ ਉਹ ਕਿਸਾਨਾਂ ਨੇ ਸਾਡਾ ਦਫ਼ਤਰ ਘੇਰ ਲਿਆ ਜੀ। ਅਸੀਂ ਉਸ ਤੋਂ ਬਾਅਦ 22 ਨੇਮ ਉੱਥੇ ਪਰਚਾ ਦਰਜ ਹੋਇਆ, ਸਾਡੇ ਬੰਦੇ ਉੱਥੋਂ ਰਿਲੀਜ਼ ਹੋਏ। DC ਮੁਕਤਸਰ ਨੇ ਸਾਡੀ ਦਰੀ ਤੇ ਬਹਿ ਕੇ DC ਮੁਕਤਸਰ ਮੁਰਦਾਬਾਦ ਦੇ ਨਾਅਰੇ ਲਾਏ। ਇਹ ਪਿਛਲੇ ਮਤਲਬ 2022 ਦੀ ਗੱਲ ਆ। ਉਦੋਂ ਬਾਅਦ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਬੁਲਾ ਲਿਆ। ਮੈਂ ਤਹਿਸੀਲਦਾਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ, ਪਟਵਾਰ ਯੂਨੀਅਨ ਦੇ ਪ੍ਰਧਾਨ, ਕਾਨੂੰਨ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ,
ਅਸੀਂ ਉਹਨਾਂ ਮੂਹਰੇ ਬਿਲਕੁਲ ਪਰਦੇ ਖੋਲ੍ਹ ਕੇ ਧਰਤੇ ਔਰ ਉਹਨਾਂ ਨੇ ਆਪ ਦੱਸਿਆ, ਕਹਿੰਦੇ ਜੀ ਸਤੌਜ ਦਾ ਕੀ ਬੁਰਾ ਹਾਲ ਆ, ਦਿੜਬਾ ਤਹਿਸੀਲ ਬਣਾਤੀ, ਉਹਦੇ ਪਿੰਡ ਕਿੱਧਰ ਜੋੜੇ ਹੋਏ ਨੇ। ਸਾਡੇ ਨਾਲ ਬਿਲਕੁਲ ਉਹਨੇ ਗਰਾਊਂਡ ਦੀਆਂ ਗੱਲਾਂ ਕੀਤੀਆਂ ਖੁੱਲ੍ਹ ਕੇ। ਸਾਨੂੰ ਬੜਾ ਮਨ ਖੁਸ਼ ਹੋਇਆ ਵੀ ਬੱਲੇ ਬੱਲੇ ਵੀ ਆ ਪ੍ਰਮਾਤਮਾ ਨੇ ਸੁਣ ਲਈ ਵੀ ਇਹਦਾ ਜਿਹੜਾ ਗੱਲ ਕਹਿੰਦੇ ਸੀ ਉਹ ਹੋਊਗੀ, ਕਿਉਂਕਿ ਜਿਹੜੀ ਗੱਲ ਅਸੀਂ ਸੰਗਰੂਰ ਜ਼ਿਲ੍ਹੇ ਦੀ ਕਰਿਆ ਕਰੀ ਸਾਡੇ ਤੋਂ ਪਹਿਲਾਂ ਉਹਨਾਂ ਕੋਲ ਜਵਾਬ ਤਿਆਰ। ਅਸੀਂ ਕਿਹਾ ਬਿਲਕੁਲ। ਫਿਰ ਉਹਨਾਂ ਨੇ ਨਾਂ ਵੀ ਲਏ, ਕਹਿੰਦੇ ਉਹ ਯਾਰ ਫਲਾਣਾ ਮੁੰਡਾ, ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਕਹਿੰਦੇ ਪ੍ਰਾਈਵੇਟ ਆ, ਕਹਿੰਦੇ ਮੈਂ ਤਾਂ ਉਹਨੂੰ ਮੈਂ ਵੀ ਪਟਵਾਰੀ ਸਮਝ ਗਿਆ। ਸੀਐਮ ਸਾਹਿਬ ਦੀ ਆਪਦੀ ਗੱਲ, ਕਿਉਂਕਿ ਅੱਜ ਪੋਜੀਸ਼ਨ ਇਹ ਹੈ ਜੀ ਕਿ 12,000 ਖਤੌਨੀ ਪਿੱਛੇ ਇੱਕ ਪਟਵਾਰ ਸਰਕਲ ਬਣਨਾ ਸੀ। ਅੱਜ ਲੁਧਿਆਣੇ ਵਰਗੇ ਸ਼ਹਿਰ ਬਣ ਗਏ। ਮੋਹਾਲੀ ਜਿਹੜਾ ਕਿਸੇ ਟਾਈਮ ਜ਼ਿਲ੍ਹਾ ਵੀ ਨਹੀਂ ਸੀਗਾ, ਨਾ ਤਹਿਸੀਲ ਸੀ, ਖਰੜ ਤਹਿਸੀਲ ਦਾ ਹਿੱਸਾ ਸੀ, ਅੱਜ ਇੱਕ ਮਹਾਨਗਰ ਬਣ ਗਿਆ। ਕੀ ਗੱਲ ਉੱਥੇ ਪਟਵਾਰੀਆਂ ਦੀਆਂ ਪੋਸਟਾਂ ਵਧਾਉਣੀਆਂ ਨਹੀਂ ਆਪਾਂ ਨੇ? ਜੇ ਮਤਲਬ 12 ਜ਼ਿਲ੍ਹਿਆਂ ਤੋਂ ਬਾਅਦ 23 ਜ਼ਿਲ੍ਹੇ ਬਣ ਸਕਦੇ ਨੇ, 97 ਤਹਿਸੀਲਾਂ ਬਣ ਸਕਦੀਆਂ ਨੇ, ਤਾਂ ਸਾਡੇ ਹਲਕੇ ਵੱਧਦੇ ਨੇ ਜੀ। ਮੇਰਾ ਜਿਹੜਾ ਸਵਾਲ ਹੈ ਕਿ ਪਟਵਾਰੀਆਂ ਕੋਲੇ ਕਹਿੰਦੇ ਪੈਸਾ ਬਹੁਤ ਹੈ, ਉਹਨਾਂ ਨੇ ਅੱਗੇ ਪੈਸੇ ਲੈਣ ਵਾਸਤੇ 10-10 ਹਜ਼ਾਰ ਰੁਪਏ ਤੇ ਬੰਦੇ ਰੱਖੇ ਹੋਏ ਨੇ। ਮੇਰਾ ਸਵਾਲ ਇਹ ਹੈ, ਮੈਂ ਕਹਿਣਾ ਜੀ ਮੁੱਖ ਮੰਤਰੀ ਸਾਹਿਬ ਨੂੰ ਖੁਦ ਪਤਾ, ਰੈਵਨਿਊ ਮਿਨਿਸਟਰ ਨੂੰ ਖੁਦ ਪਤਾ, ਜਦੋਂ ਤੁਸੀਂ 5000 ਬੰਦੇ ਦਾ ਕੰਮ 1200 ਬੰਦੇ ਤੋਂ ਕਰਾਓਗੇ ਕਿਵੇਂ ਸੰਭਵ ਹੋਊਗਾ ਜੀ? ਬਿਲਕੁਲ ਰੱਖੇ ਹੋਏ ਨੇ ਜੀ। ਰਜਿਸਟਰੀ ਕਲਰਕਾਂ ਦੇ ਵਿੱਚ ਜੋ ਸਾਡੀਆਂ ਰਜਿਸਟਰੀਆਂ ਹੁੰਦੀਆਂ ਨੇ, ਉਹਦੀ ਕੋਈ ਪੇਸਟਿੰਗ ਦਾ ਸਿਸਟਮ ਨਹੀਂ, ਕੋਈ ਦਫ਼ਤਰਾਂ ਦਾ ਸਿਸਟਮ ਨਹੀਂ। ਦਫ਼ਤਰ ਸਾਡੇ ਕੋਲ ਪ੍ਰਾਈਵੇਟ ਨੇ, ਬਹੁਤ ਕੁਝ ਰੱਖਿਆ ਹੋਇਆ। ਮੈਂ ਤਾਂ ਇਹੀ ਕਹਿਣਾ ਵੀ ਸੀਐਮ ਸਾਹਿਬ ਨੂੰ ਜੇ ਇੰਨਾ ਹੀ ਮਹਿਕਮਾ ਬੁਰਾ ਲੱਗਦਾ, ਸਾਰਾ ਉਸ ਬਿਜ਼ਨਸ ਨੂੰ ਸਮਾ ਦੇਣ ਜੀ ਇਹ। ਸਾਨੂੰ ਸਾਰਿਆਂ ਨੂੰ ਇੱਕ ਦਿਨ ਦੇ ਦੇਣ, ਅਸੀਂ ਸਾਰੇ ਪੰਜਾਬ ਦੇ ਪਟਵਾਰੀ ਕਰਨ ਉਹਨਾਂ ਕੋਲ ਆ ਜਾਂਦੇ ਹਾਂ। ਸਾਨੂੰ ਜਿਹੜਾ ਸਾਡੇ ਤੇ ਕਾਰਵਾਈ ਕਰਨੀ ਕਰ ਦੇਣ। ਰੋਜ਼ ਮਰਨਾ, ਇੱਕ ਦਿਨ ਮਰਨਾ ਚੰਗਾ ਜੀ, ਕਿਉਂਕਿ ਸਾਨੂੰ ਸੀ ਬਦਲਾਅ ਹੋਊਗਾ। 1.5 ਸਾਲ ਦਾ ਸਮਾਂ ਦੇਤਾ ਸਾਡੇ ਨਾਲ ਸੀਐਮ ਸਾਹਿਬ ਨੇ। ਉਦੋਂ ਕਮਿਟਮੈਂਟ ਕੀਤੀ ਕਿ ਤੁਸੀਂ ਜਿਵੇਂ ਕੰਮ ਪਹਿਲਾਂ ਚਲਾਉਂਦੇ ਸੀ, ਮੈਨੂੰ 1 ਸਾਲ ਦੇ ਦਿਓ, ਮੈਂ 1 ਸਾਲ 'ਚ ਥੋੜ੍ਹੀਆਂ ਤੰਗੀਆਂ ਦੂਰ ਕਰ ਦੂੰਗਾ। ਦੱਸਣ ਵੀ 1 ਸਾਲ 'ਚ ਕਹਿੰਦੇ ਕਰਿਆ ਕੀ ਹੈ ਜੀ। ਦਿਦਾਰ ਸਿੰਘ ਜੀ, ਹੁਣ ਗੱਲ ਇੱਥੇ ਮੁੱਕਦੀ ਹੈ ਕਿ ਕਲਮਸੋੜ ਜਿਹੜੀ ਤੁਹਾਡੀ ਹੜਤਾਲ ਹੈ, ਮੀਟਿੰਗ ਤੁਹਾਡੀ ਹੈ ਜਿਹੜੀ ਉਹ ਕੈਂਸਲ ਹੋ ਚੁੱਕੀ ਹੈ। ਤੁਸੀਂ ਹੁਣ ਸਟੇਟ ਲੈਵਲ ਦੀ ਮੀਟਿੰਗ ਕਰਨ ਚੱਲੇ ਹੋ ਪਟਵਾਰ ਯੂਨੀਅਨ ਦੀ। ਕੀ ਉਹ ਹੜਤਾਲ ਚੱਲੂਗੀ, ਕਲਮਾਂ ਛੱਡੀਆਂ ਜਾਣਗੀਆਂ, ਜਾਂ ਸੀਐਮ ਸਾਹਿਬ ਕਲਮਾਂ ਕਿਸੇ ਹੋਰ ਨੂੰ ਫੜਾਉਣਗੇ? ਦੇਖੋ ਜੀ, ਇਹ ਤਾਂ ਫੈਸਲਾ ਮੁੱਖ ਮੰਤਰੀ ਸਾਹਿਬ ਦਾ। ਉਹਨਾਂ ਨੂੰ ਆਪਾਂ ਨੇ ਜਿਹੜਾ ਹਰਾ ਪੈਨ ਫੜਾਤਾ, ਉਹ ਚਾਹੇ ਪੁੱਠੇ ਪਾਸੇ ਨੂੰ ਚਲਾ ਲੈਣ ਜਾਂ ਸਿੱਧੇ ਪਾਸੇ ਨੂੰ ਚਲਾ ਲੈਣ। ਮੇਰਾ ਤਾਂ ਸਵਾਲ ਇਹ ਆ ਵੀ ਮੈਨੂੰ ਸਵਾਲਾਂ ਦੇ ਜਵਾਬ ਦੇ ਦੇਣ। ਸੀਐਮ ਸਾਹਿਬ ਦੀਆਂ ਪਹਿਲੀਆਂ ਜਿਹੜੀਆਂ ਅਨਾਉਂਸਮੈਂਟਾਂ ਨੇ ਉਹ ਲਾਗੂ ਕਰ ਦੇਣ, ਉਦੋਂ ਬਾਅਦ ਸਾਡੀ ਕਲਮ ਖੋਲ੍ਹ ਲੈਣ। ਪਹਿਲੀਆਂ ਅਨਾਉਂਸਮੈਂਟਾਂ ਕੀ ਨੇ? ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ, ਪਟਵਾਰੀਆਂ ਨੂੰ ਟ੍ਰੇਨਿੰਗ ਦੇ ਦੌਰਾਨ ਪੂਰੀ ਤਨਖਾਹ, ਪਟਵਾਰੀਆਂ ਦੀ ਟ੍ਰੇਨਿੰਗ 1 ਸਾਲ ਦੀ। ਇਹ ਉਹਨਾਂ ਦੀਆਂ ਖੁਦ ਦੀਆਂ ਅਨਾਉਂਸਮੈਂਟਾਂ ਨੇ, ਇਹ ਲਾਗੂ ਕਰ ਦੇਣ। ਉਦੋਂ ਬਾਅਦ ਸਾਡੀਆਂ ਕਲਮਾਂ ਸਾਤੋਂ ਆਪ ਹੀ ਮੰਗਾ ਲੈਣ, ਅਸੀਂ ਆਪਣੀਆਂ ਕਲਮਾਂ ਦੇ ਦਾਂਗੇ ਉਹਨਾਂ ਨੂੰ। ਜੇ ਸਾਡੀਆਂ ਕਲਮਾਂ ਦੇ ਵਿੱਚ ਐਡਾ ਕੋਈ ਫਰਕ ਲੱਗਦਾ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕਲਮਾਂ ਦੇ ਦਾਂਗੇ ਜੀ। ਬਿਲਕੁਲ ਜੀ। ਇਹ ਸਾਡੇ ਨਾਲ ਹਰਵੀਰ ਸਿੰਘ ਢੀਂਡਸਾ ਸੀ, ਜੋ ਕਿ ਸੂਬਾ ਪਟਵਾਰ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ। ਉਹਨਾਂ ਦਾ ਕਹਿਣਾ ਕਿ ਜਿਹੜੀਆਂ ਪਹਿਲੀਆਂ ਅਨਾਉਂਸਮੈਂਟਾਂ ਨੇ ਉਹ ਲਾਗੂ ਕਰ ਦੇਣ। ਬੇਸ਼ੱਕ ਸਾਡੇ ਤੋਂ ਜਿਹੜੀਆਂ ਕਲਮਾਂ ਨੇ ਉਹ ਖੋਹ ਸਕਦੇ ਨੇ, ਪਰ ਉਸ ਤੋਂ ਬਾਅਦ ਪਹਿਲਾਂ ਸਾਡੀਆਂ ਜਿਹੜੀਆਂ ਕਮਿਟਮੈਂਟਾਂ ਕੀਤੀਆਂ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਅਸੀਂ ਪਿਛਲੇ ਦਿਨੀ, ਜੋ ਕਿ ਪਰਸੋਂ ਇੱਕ ਜ਼ਰੂਰ ਤੁਹਾਨੂੰ ਤਸਵੀਰ ਦਿਖਾਈ ਸੀ ਕਿ ਜਿਸ ਨੂੰ ਕੇਜਰੀਵਾਲ ਸਾਹਿਬ ਤੇ ਸੀਐਮ ਭਗਵੰਤ ਮਾਨ ਵੱਲੋਂ ਭੈਣ ਬਣਾ ਕੇ ਸਿੱਪੀ ਸ਼ਰਮਾ ਨੂੰ ਨੀਚੇ ਲਾਇਆ ਗਿਆ ਸੀ। ਉਹ ਵੀ ਰੱਖੜੀਆਂ ਲੈ ਕੇ ਸੰਗਰੂਰ ਵਿਖੇ ਪਹੁੰਚੀ ਸੀ ਤੇ ਉਹਦਾ ਕਹਿਣਾ ਸੀ ਕਿ ਭਾਵੇਂ ਸਾਨੂੰ ਨੌਕਰੀਆਂ ਨਹੀਂ ਦਿੱਤੀਆਂ, ਪਰ ਫਿਰ ਵੀ ਮੈਂ ਆਪਦਾ ਭੈਣ ਦਾ ਫਰਜ਼ ਨਿਭਾਉਣਾ ਹੀ ਆ। ਪਰ ਭਰਾ ਨੇ ਜਿਹੜੇ ਮੇਰੇ, ਉਹ ਆਪਦਾ ਫਰਜ਼ ਭੁੱਲ ਗਏ ਨੇ। ਕਿ ਅਸੀਂ 5 ਅਗਸਤ ਤੋਂ ਕੱਲੇ ਐਮਐਲਏ ਦੇ ਦਰਬਾਰ ਤੇ ਗਏ, ਕੱਲੇ ਮੰਤਰੀ ਕੋਲ ਪਹੁੰਚੇ, ਪਰ ਮਾਈ ਦੇ ਲਾਲ ਕਿਸੇ ਬੰਦੇ ਨੇ ਸਾਡੀ ਬਾਂਹ ਖੜ ਕੇ ਗੱਲ ਨਹੀਂ ਕੀਤੀ, ਸਿਵਾਏ ਬਲਤੇਜ ਸਿੰਘ ਪੰਨੂ ਜੋ ਮੀਡੀਆ ਸਲਾਹਕਾਰ ਨੇ ਮਾਨ ਸਾਹਿਬ ਦੇ। ਉਹਨਾਂ ਨੇ ਸਾਡੇ ਸਾਹਮਣੇ ਫੋਨ ਲਾਇਆ ਚੀਫ ਸੈਕਟਰੀ ਸਾਹਿਬ ਨੂੰ ਕਿ ਆਹ ਬੱਚਿਆਂ ਦਾ ਮਸਲਾ ਹੱਲ ਕਰੋ। 167 ਰੁਪਏ ਦਿਹਾੜੀ ਬਹੁਤ ਘੱਟ ਆ, ਪਰ ਮੈਂ ਕਹਿਣਾ ਵੀ ਕਿਸੇ ਪੰਜਾਬ ਦੇ ਐਮਐਲਏ ਨੇ, ਕਿਸੇ ਮੰਤਰੀ ਨੇ ਇਹ ਨਹੀਂ ਕਿਹਾ ਵੀ ਆਓ ਤੁਹਾਡੀ ਮੀਟਿੰਗ ਕਰਾ ਦਈਏ ਮੁੱਖ ਮੰਤਰੀ ਨਾਲ। ਫਿਰ ਕੀ ਇਹੋ ਜਿਹਾ ਬਦਲਾਅ ਆ ਜੀ ਇਹ? ਬਿਲਕੁਲ ਜੀ। ਇਹ ਸਨ ਸਾਡੇ ਨਾਲ ਹਰਵੀਰ ਸਿੰਘ ਢੀਂਡਸਾ, ਜੋ ਕਿ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਇੱਕ ਸਟੇਟ ਦੀ ਜਿਹੜੀ ਮੀਟਿੰਗ ਹੈ ਉਹ ਹੋਣ ਜਾ ਰਹੀ ਹੈ। ਅਹਿਮ ਹੋਵੇਗਾ ਕਿ ਕੀ ਫੈਸਲੇ ਨੇ ਜਿਹੜੇ ਅੱਜ ਲਏ ਜਾ ਸਕਦੇ ਨੇ, ਕਿਉਂਕਿ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਆਉਂਦਾ ਹੈ ਕਿ ਕਲਮਸੋੜ ਜਿਹੜੀ ਹੜਤਾਲ ਹੈ ਤੁਸੀਂ ਜੀ ਸਦਕੇ ਕਰੋ, ਪਰ ਕਲਮ ਫੜਾਉਣੀ ਕਿਹਨੂੰ ਹੈ ਉਹ ਅਸੀਂ ਦੇਖਾਂਗੇ। ਦੂਜੇ ਪਾਸੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕੋਈ ਲੜਾਈ, ਆਪਦੀ ਲੜਾਈ, ਨਿੱਜੀ ਲੜਾਈ ਨਹੀਂ ਲੜ ਰਹੇ, ਅਸੀਂ ਪੰਜਾਬ ਦੇ ਨੌਜਵਾਨੀ ਦੀ ਲੜਾਈ ਲੜ ਰਹੇ ਹਾਂ, ਕਿਉਂਕਿ ਉਹਨਾਂ ਨੂੰ 167 ਰੁਪਏ ਜਿਹੜਾ ਮਹਿਤਾਨਾ ਪਰ ਦਿਹਾੜੀ ਦਾ ਦਿੱਤਾ ਜਾਂਦਾ ਹੈ, ਉਹਨਾਂ ਦੀ ਲੜਾਈ ਲੜ ਰਹੇ ਹਾਂ। ਪਰ ਦੂਜੇ ਪਾਸੇ ਜਿਹੜਾ ਸਰਕਾਰ ਦਾ ਰਵੱਈਆ ਹੈ, ਜਾਂ ਕਹਿ ਸਕਦੇ ਹਾਂ ਕਿ ਸਰਕਾਰ ਇੱਕ ਸਟੇਜ ਦੇ ਉੱਤੋਂ ਐਲਾਨ ਕਰਦੀ ਹੈ ਕਿ ਅਸੀਂ ਬੇਰੁਜ਼ਗਾਰੀ ਖਤਮ ਕਰਤੀ ਹੈ, ਦੂਜੇ ਪਾਸੇ ਬੇਰੁਜ਼ਗਾਰੀ ਖਤਮ ਕਰਨ ਦੇ ਨਾਮ ਤੇ ਜਿਹੜਾ ਨੌਜਵਾਨੀ ਦਾ ਜਿਹੜਾ ਸ਼ੋਸ਼ਣ ਹੈ ਉਹਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਟਵਾਰ ਯੂਨੀਅਨ ਵੱਲੋਂ। ਤੇ ਦੇਖਣਾ ਹੋਵੇਗਾ ਕਿ ਅੱਜ ਮੀਟਿੰਗ ਦੇ ਵਿੱਚ ਕੀ ਫੈਸਲਾ ਲੈ ਸਕਦਾ। ਕੈਮਰਾ ਪਰਸਨ ਇਕਬਾਲ ਸਿੰਘ ਫੱਗੂਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ, PTC ਨਿਊਜ਼ ਸੰਗਰੂਰ।